ਸਿਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੀਰ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਹੈ ਉਹਨੂੰ ਕਹਿੰਦੇ ਨੇ ਸੁੱਖ। ਸੁੱਖ ਮਨ ਦੇ ਤਲ ਤੇ ਜੋ ਕੁਝ ਅਨੁਕੂਲ ਪ੍ਰਾਪਤ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਨੰਦ। ਇੱਕ ਸੁੱਖ ਹੈ, ਇੱਕ ਆਨੰਦ ਹੈ। ਜ਼ਮੀਨ ਆਸਮਾਨ ਦਾ ਦੋਹਾਂ ਦੇ ਵਿੱਚ ਫਰਕ ਹੈ। ਸੁੱਖ ਕੋਈ ਵੀ ਹੋਵੇ ਆਖਰ ਦੁੱਖ ਦੇ ਵਿੱਚ ਬਦਲਦਾ ਹੈ। ਐਸਾ ਕੋਈ ਵੀ ਸੁੱਖ ਨਹੀਂ ਜੋ ਦੁੱਖ ਦੇ ਵਿੱਚ ਨਾ ਬਦਲੇ। ਜਨਮ ਸੁੱਖ ਸਹੀ ਪਰ ਮਰਨ ਦੇ ਦੁੱਖ ਦੇ ਵਿੱਚ ਬਦਲਦਾ ਹੈ। ਜਵਾਨੀ ਸੁੱਖ ਸਹੀ ਪਰ ਬੁਢੇਪੇ ਦੇ ਦੁੱਖ ਦੇ ਵਿੱਚ ਬਦਲਦੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਬੁਢੇਪੇ ਨੂੰ ਤੇ ਰੋਗ ਕਹਿ ਦਿੰਦੇ। ਹੂ ਬਹੂ ਇਸੇ ਤਰੀਕੇ ਦੇ ਨਾਲ ਐਸਾ ਸਮਝ ਲਓ, ਸੁੱਖ ਦੁੱਖ ਦੇ ਵਿੱਚ ਬਦਲਦਾ ਹੈ। ਆਨੰਦ ਕੇਵਲ ਆਨੰਦ ਹੀ ਹੈ, ਉਹਦੇ ਵਿਪਰੀਤ, ਉਹਦੇ ਮੁਖਾਲਫ, ਉਹਦੇ ਮੁਕਾਬਲੇ ਦੀ ਦੂਜੀ ਅਵਸਥਾ ਨਹੀਂ। ਸੁੱਖ ਦੇ ਮੁਖਾਲਫ ਅਵਸਥਾ ਹੈ ਦੁੱਖ। ਆਨੰਦ ਦੇ ਵਿਪਰੀਤ, ਆਨੰਦ ਦੇ ਮੁਖਾਲਫ, ਆਨੰਦ ਦੇ ਅਪੋਜ਼ਿਟ ਕੋਈ ਦੂਸਰੇ ਹਾਲਾਤ ਨਹੀਂ ਹੈ, ਕੋਈ ਦੂਜੀ ਅਵਸਥਾ ਨਹੀਂ ਹੈ। ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ। ਸੁੱਖ ਪਦਾਰਥ ਤੋਂ ਮਿਲਦਾ ਹੈ, ਆਨੰਦ ਪਰਮਾਤਮਾ ਤੋਂ ਮਿਲਦਾ ਹੈ। ਸਰੀਰ ਨੂੰ ਕੋਈ ਵੀ ਸੁੱਖ ਚਾਹੀਦਾ ਹੈ, ਪਦਾਰਥ ਤੋਂ ਮਿਲੇਗਾ, ਔਰ ਪਦਾਰਥ ਬਾਹਰੋਂ ਮਿਲੇਗਾ। ਬਾਹਰੋਂ ਮਿਲੇਗਾ, ਅੰਦਰੋਂ ਕੁਝ ਵੀ ਨਹੀਂ ਹੋਗਾ। ਸੁੱਖ ਪਦਾਰਥ ਤੋਂ ਮਿਲੇਗਾ। ਪਦਾਰਥ ਦੇ ਅਨੇਕਾਂ ਰੂਪ ਨੇ। ਪਦਾਰਥ ਅਨੇਕਾਂ ਪਰਿਵਾਰ ਦਾ ਹੈ। ਸੁੱਖ ਪਦਾਰਥ ਤੋਂ ਮਿਲੇਗਾ, ਆਨੰਦ ਪਰਮਾਤਮਾ ਤੋਂ ਮਿਲੇਗਾ। ਪਦਾਰਥ ਬਾਹਰੋਂ ਮਿਲਣਗੇ, ਪਰਮਾਤਮਾ ਅੰਦਰੋਂ ਮਿਲੇਗਾ। ਜੋ ਆਪਣੇ ਅੰਦਰ ਪਦਾਰਥ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ। ਜੋ ਬਾਹਰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਭੁਲਾਏ। ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ। ਉਹ ਮਨੁੱਖ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਦਾਰਥ ਅੰਦਰੋਂ ਲੱਭੇ। ਉਹ ਵੀ ਭਰਮ ਦੇ ਚ ਹੈ, ਭੁਲੇਖੇ ਦੇ ਚ ਹੈ, ਜੋ ਪਰਮਾਤਮਾ ਨੂੰ ਬਾਹਰੋਂ ਲੱਭੇ। ਬਾਬਾ ਫਰੀਦ ਤੇ ਇੱਥੇ ਤੱਕ ਕਹਿੰਦੇ ਨੇ, ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ। ਪਰਮਾਤਮਾ ਤੇਰੇ ਕੀ ਮੂੰਹ ਲੱਗਣਾ ਹੈ, ਤੇਰੇ ਮੂੰਹ ਕੰਡੇ ਹੀ ਲੱਗਣੇ। ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਇੱਕ ਦੂਜਾ ਨੁਕਤਾ ਵੀ ਸੁਣ ਲੈਣਾ। ਇਹਦਾ ਇਹ ਮਤਲਬ ਨਹੀਂ ਕਿ ਬਾਹਰ ਪ੍ਰਮਾਤਮਾ ਨਹੀਂ ਹੈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਖਾਈ। ਤੇ ਜਦ ਅੰਦਰ ਹੈ ਤਾਂ ਅੰਦਰ ਨਾਲ ਬਹੁਤ ਨੇੜੇ ਹੈ। ਤੇ ਜਦ ਨੇੜੇ ਤੋਂ ਹੀ ਨਹੀਂ ਲੱਭਿਆ ਤੇ ਦੂਰ ਤੋਂ ਕੀ ਖਾਕ ਲੱਭੇ। ਜਦ ਨੇੜੇ ਤੋਂ ਹੀ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਦੂਰ ਤੋਂ ਕਿਸ ਤਰ੍ਹਾਂ ਪ੍ਰਾਪਤ ਹੋ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਹੁਣ ਮੈਂ ਇਸ ਨੂੰ ਦੁਹਰਾ ਕੇ ਫਿਰ ਬਿਆਨ ਕਰਦੇ ਹਾਂ। ਜੋ ਅੰਦਰੋਂ
पदार्थ लभण की कोशिश करे, सोना लभना है, चांदी लभनी है, हीरे लभने ने, मोती लभने ने, अन्न लभना है, धन लभना है, और सारे संबंध लभने ने, अंदरों नहीं लभणगे, बाहरों लभणगे। परमात्मा लभना है। एक होर नुकता भी बयान करते हैं, रह ना जाए। पदार्थ लभना पेगा, परमात्मा नूं लभण दी लोड़ नहीं, सिर्फ अंदर जाना पेगा। वो तो मिले होया है, मिले होया। हो सकता है सोना मिलिया नहीं, लभना पैना है। हीरा है नहीं कोल, लभना पैना है। मोती है नहीं कोल, लभना पैना है। धन है नहीं, लभना पैना है। सुंदर मकान कोल है नहीं, बनाना पैना, लभना पैना। परिवार दे संबंध लभने पैने ने, जोड़ने पैने ने। पदार्थ लभना पैंदा है। कहंदे ने परमात्मा नूं लभण दी लोड़ नहीं, घर जाना पैंदा है। शरीर नूं सुख मिलदा है पदार्थ नाल, पदार्थ मिलदे ने बाहरों। मन नूं आनंद मिलता है परमात्मा नाल, पर कीता की जाए परमात्मा घर दे च है, मन घर दे च नहीं है। मन घर दे च नहीं। इस वास्ते गुरबाणी आवाज मारदी है, मेरे मन परदेसी वे प्यारे, आओ बस तू सिर्फ घर दे च। प्रभु ते मिले होया है, आनंद ते मिले होया है। सब किछ घर में, बाहर नाही, बाहर टोले सो भरम बुलाए। पदार्थ सारे मिले हुए नहीं, रोज रोज लभने पैंदे। धन जितना चाहिए है नहीं, लभना पैंदा है। और जितने चिर तक लभना पैंदा है, उन्ने चिर तक समझ लो लोड़ है या भुख है। और मैं ये भी अर्ज करा, जिन्ने चिर तक शरीर जिंदा है, भुख रहेगी, भुख नहीं मिटती। भोजन छके है, भुख मिट गई है, शामी फिर भुख लगेगी। शामी छके है, भुख मिट गई है, सवेरे फिर लगेगी। धन मिले है, और भुख पैदा होगी। पदार्थ मिले ने, और भुख पैदा होगी। प्रभुता मिली है, और भुख पैदा होगी। पर मैं करा एक दफा मन घर दे च आ जाए, मन दियां सारियां ही भुखा मिट जांदियां ने, क्योंकि घर दे च सब कुछ है। साच नाम आधार मेरा, जिन भुखा सब गवाई। सारियां भुखा शांत। कि जो मैं अर्ज कर रहा, भरोसा नहीं बजदा, चंगिया चंगिया का नहीं बजदा। दरअसल कुछ सच्चाई कबूल कर लेंदे ने, कुछ नहीं। 40-40 साल तो आ रहे सत्संगी भी कह देंदे ने, ज्ञानी जी की करी, भरोसा ही नहीं बजदा कि सब कुछ घर दे च है। भरोसा क्यों नहीं बजदा? अजे तक किसी साइंटिस्ट ने नहीं मनिया कि अंदर आनंद है, महान खेड़ा है, महान खुशी है, महान रस है, महान सुहप्पण है। किसी चोटी दे साइंटिस्ट ने नहीं मनिया। मनुख जीवन व्यतीत कर रहा है विज्ञान नूं आधार बना के, ज्ञान नूं आधार बना के नहीं, साइंस नूं आधार बना के, परमात्मा नूं आधार बना के नहीं। और जितना मनुख दा साइंस ते भरोसा वधदा गया, उतना ही परमात्मा ते भरोसा हटदा गया। साइंस विज्ञान की है, पदार्थ नूं अपने अनुकूल करना। हवा गर्म है, ये नहीं चाहिए, इनू ठंडा करना।
वातां अनुकूल एयर कंडीशन करनी है। जिस ढंग की हवा शरीर नूं चाहिदी वैसे ही करनी है। पानी बहुत ठंडा है, बहुत ठंडा है, नहाना औखा है, इनू गर्म करना है। पदार्थ नूं अपने अनुकूल करना है। लोहा है, हुण जिहड़ा रूप मैनू इसदा चाहिदा मैं वो इसदा बनाना है। लोहे तो तरह तरह दियां मनुख ने मशीनां बनाईयां ने, औजार बनाए ने, सब्जी कट्टण लई चाकू बनाए ने। लोहा प्रकृति ने बनाया है, चाकू मनुख ने बनाया है। लोहा प्रकृति ने बनाया है, तरह तरह की मशीनरी मनुख ने बनाई। यानी मनुख कह रहे है प्रकृति जिस तरह का तू लोहा बनाया इस तरह का नहीं चाहिए, जिस तरह का मैनू चाहिए मैं इहदा रूप वो बनाना है। मनुख ने सोने नू, चांदी नू, पित्तल नू, तांबे नू और लोहे नू, मिट्टी नू अपने अनुकूल कीता है, हवा नू अपने अनुकूल कीता है। सुभाव पानी दा यही है निवाण दी तरफ वगना। पर मैं रहिंदा पिया चौथी पंजवीं मंजिल ते, मैनू ऊपर पानी चाहिए। भावें सुभाव पानी दा प्रकृति ने बनाया निवाण दी तरफ चलना, मैं ते 100वीं मंजिल ते भी पहुंचा दिता है, मैनू उत्थे चाहिए। वगदा होवेगा निवाण दी तरफ, मैनू चढ़ाइयां ते चढ़ना। प्रकृति दे च पदार्थ नू अपने अनुकूल ना कीता जाए तो जिहो जिहां दा शरीर नू सुख चाहिदा है नहीं मिलेगा, नहीं मिलेगा। बड़े ध्यान नाल सुनना। कोई भी पदार्थ मेरे अनुकूल नहीं है, वो मैनू सुख नहीं दे सकता, कतई नहीं दे सकता। पत्थर नू मनुख ने घड़ के अपने अनुकूल बनाया, जिस तरह का चाहिए वैसा मैं इसनू रूप देना है। लोहे नू, पित्तल नू, तांबे नू, मिट्टी नू, हवा नू, पानी नू और हथा के अग्नि नू। अग तो जो कुछ मैनू चाहिए मैं वो बनाना है, मैं उदी वरतों उस तरह करनी है। सब कुछ जला के भस्म कर देंदी है, और मनुख इस अगन तो बहुत कुछ तामीरी कम कर रहे हैं। विज्ञान खड़ा है इस ते पदार्थ नू अपने अनुकूल करना, इसे तो सुख मिलेगा, वरना नहीं मिल सकता। ते पदार्थ बाहर ने, अंदर ते कुछ भी नहीं। ना अंदरों लोहा लभदा है, ना सोना लभदा है, ना चांदी लभदी है, ना धन लभदा है, ना अन्न लभदा है, ना परिवार लभदा है, ना महल माड़ियां लभदियां, कुछ भी नहीं लभदा। अंदर ते कुछ भी नहीं, ये सब कुछ बाहर है। चूंकि तन दे सारे सुख बाहर पए ने, और सुख भी उदों मिलता है जब पदार्थ नू अपने अनुकूल करिए, नहीं तो नहीं मिलता। ये जिहड़ा मन है इनू आनंद उस वक्त मिलता है जब ये अपने आप नू परमात्मा दे अनुकूल करे। उम्मीद है गल पकड़ दे चल। पदार्थ मेरे अनुकूल नहीं, जैसा मैनू चाहिए मैनू शरीरक सुख नहीं मिल सकता। जैसा परमात्मा है वैसा मैं अपने मन नू बनाया नहीं, परमात्मा दे अनुकूल कीता नहीं, मैनू आनंद नहीं मिलेगा। तो शरीर नू सुख मिलता जाएगा, मन रोंदा जाएगा। शरीर नू सुख मिलता जाएगा, मन दुखी होवेगा, कलेश दे चल। शरीर नू सारे सुख मिलते जाणगे, मन कलेश दे नाल मरदा जाएगा। हुण मैं अर्ज करां, बहुत वड्डे सुखी मनुख जो तन दे तल ते ने, मन दे तल ते उतने ही दुखी है।
उतने ही दुखी है। महाराज कहते ने बड़े बड़े जो दीसे लो, तो वड्डा होना किस तरह नापोगे। महाराज कह रहे हैं बड़े बड़े जो दीसे लो, परिवार वड्डा होवेगा, धन संपदा वड्डी होवेगी, महल माड़ियां वड्डियां होणगियां, कारोबार वड्डा होवेगा, सोना चांदी हीरे जवाहरात बहुत तादाद दे होणगे, ये सब कुछ वड्डा होवेगा। मनुख दी शरीरक वडियाई ते बाहर दी वडियाई इस ते खड़ी है। अगर ये बाहरों सब कुछ वड्डा नहीं है, इनू शरीर दे तल ते वड्डा कहना औखा हो जाएगा, कठिन हो जाएगा। मकान बहुत वड्डा है, इस वास्ते वड्डा लो, बड़े बड़े जो दीसे लो, धन संपदा बहुत ज्यादा है, महल माड़ियां बहुत ऊंचियां ने, कारोबार बहुत ज्यादा है, परिवार बहुत वड्डा है, ताकत बहुत वड्डी है, तो वड्डा है। और बड़े ध्यान नाल सुन लेना, तो मैं माफी भी मांग लेना। बाहरों जितने वड्डे मनुख ने, यकीन जानो अंदरों उतने ही छोटे ने, कुछ भी नहीं। बाहरों लखां दे ने, अंदरों कखां दे ने, कुछ भी नहीं, कुछ भी नहीं। बड़े बड़े जो दीसे लोग, तिनको व्यापे चिंता रोग। ये भी मैं अर्ज करूं, बाहरों ये लखां दे मनुख, अंदरों कखां दे ने, बाहरों बहुत वड्डे ने, बहुत छोटे ने, अंदरों बहुत छोटे ने। बाहरों मनुख वड्डा हो सकता है, महल वड्डा है, कारोबार वड्डा है, धन संपदा वड्डी है, परिवार वड्डा है। अंदरों ते मनुख उस दिन वड्डा हो सकता है जिस दिन सब तो वड्डा परमात्मा इसनों प्राप्त होता है। मुझे नहीं हो सकता, हो ही नहीं सकता। ये भी मैं अर्ज करते हैं। इस वास्ते बहुत वड्डे वड्डे बाहरों लोकां नूं गुस्ताखी भाव मैं अंदरों बड़ी गहराई नाल देखा, बड़े छोटे ने, कुछ भी कुछ भी। कदी उन्हां दी गुफ्तगू सुन लेना, कदी उन्हां दी रोजमर्रा दी गल सुन लेना, अंदरों ते बहुत छोटे ने। अंदरों क्यों नहीं वड्डा होना चाहते, जदे वड्डा होना चाहते ने और बाहरों वडियाई लभदे ने, फिर की कारण है अंदरों क्यों छोटे ने। दरअसल इन्हों ने एक नुकता गलत समझ लिया। अज तक जो कुछ मिले है बाहरों मिले है, धन मिले है बाहरों मिले है, महल माड़ियां मिलियां ने बाहरों मिलियां ने, इज्जत मान मर्यादा मिली है बाहरों मिली है, पदार्थ मिले ने बाहरों मिले ने, तो समझ लेंदे शायद परमात्मा भी किधरों बाहरों मिल जाएगा। तन भज रहा है बाहर सुखां दी तलाश दे, मन भी नाल भज रहा है आनंद दी तलाश दे। सुख मिल रहा है, आनंद नहीं मिल रहा। तो हुण मैं अर्ज करा, जितनी तादाद दे मनुख नूं शरीरक सुख प्राप्त हो जाते ने, उतनी ही मिकदार दे मानसिक तौर ते दुखी हो। कोई मनुख मन दे तल ते किन्ना क दुखी है, इनू किवें नापोगे। वेख लेना शरीर दे तल ते किन्ना क सुखी है। शरीर दे सारे सुख पदार्थ ते खड़े ने, ते पदार्थ बाहरों लभदा है, अंदरों नहीं लभदा। मैं एक दफा फिर दोहरा दिया, ना अंदरों सोना लभदा है, न हीरे मोती लभदे, ना धन लभदा है, ना अन लभदा है, ना मान मर्यादा लभदी है, ना शक्ति लभदी है। ये तो बाहरों मिलती है इज्जत मान मर्यादा। तो मन नो एक भुलेखा पै गया है, शायद परमात्मा भी बाहरों मिलेगा, क्योंकि अज तक जो कुछ मिले है बाहरों ही तो मिले है। बस इस तरीके दे नाल तन ते भटक भटक के एक दिन इसका अंत हो जाता है,
ਪਦਾਰਥ ਪੈ ਰਹਿ ਜਾਂਦੇ ਨੇ, ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਨਹੀਂ ਰਹਿ ਜਾਂਦਾ, ਨਹੀਂ ਰਹਿ ਜਾਂਦਾ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਅੱਖਾਂ ਵੇਖਦਿਆਂ ਵੇਖਦਿਆਂ ਰਹਿ ਗਈਆਂ ਨੇ, ਰੂਪ ਤੇ ਨਹੀਂ ਮੁੱਕ ਗਿਆ। ਕੰਨ ਸੁਣਦੇ ਸੁਣਦੇ ਰਹਿ ਗਏ ਨੇ, ਸੰਗੀਤ ਤੇ ਨਹੀਂ ਮੁੱਕ ਗਿਆ। ਜ਼ਬਾਨ ਖਾਂਦਿਆਂ ਖਾਂਦਿਆਂ ਰਹਿ ਗਈ ਏ, ਰਸ ਕਸ ਪਦਾਰਥ ਤੇ ਨਹੀਂ ਮੁੱਕ ਗਏ। ਸਰੀਰ ਭੋਗਦਿਆਂ ਭੋਗਦਿਆਂ ਰਹਿ ਗਿਆ, ਭੋਗ ਤੇ ਨਹੀਂ ਮੁੱਕੇ, ਉਥੇ ਮੌਜੂਦ ਨੇ। ਇਸ ਵਾਸਤੇ ਭਰਤਰੀ ਕਹਿੰਦੇ ਨੇ, ਮਨੁੱਖ ਸੋਚਦਾ ਹੈ ਮੈਂ ਭੋਗਾਂ ਨੂੰ ਭੋਗ ਰਿਹਾ, ਭਰਤਰੀ ਕਹਿੰਦੇ ਨਹੀਂ, ਭੋਗਾਂ ਨੇ ਇਸ ਨੂੰ ਭੋਗ ਲਿਆ। ਬੜੇ ਸੁੰਦਰ ਬੋਲ ਨੇ ਇਸ ਸੰਬੰਧ ਵਿੱਚ ਭਰਤਰੀ ਦੇ। ਸਾਡੇ ਕੋਲ ਦੋ ਤਰ੍ਹਾਂ ਦਾ ਜੀਵਨ ਹੈ, ਤਨ ਦਾ ਔਰ ਮਨ ਦਾ। ਤਨ ਨੂੰ ਸੁਖ ਚਾਹੀਦਾ ਹੈ, ਮਨ ਨੂੰ ਆਨੰਦ ਚਾਹੀਦਾ ਹੈ। ਸੁਖ ਪਦਾਰਥਾਂ ਤੋਂ ਬਿਨਾਂ ਨਹੀਂ ਮਿਲੇਗਾ, ਮਿਲੇਗਾ ਹੀ ਨਹੀਂ। ਭੁੱਖ ਲੱਗੀ ਹੈ, ਹੁਣ ਭੁੱਖ ਮਿਟ ਸਕਦੀ ਹੈ ਤੇ ਭੁੱਖ ਦਾ ਦੁੱਖ ਮਿਟ ਸਕਦਾ ਹੈ ਤੇ ਮੈਨੂੰ ਤ੍ਰਿਪਤੀ ਦਾ ਸੁਖ ਮਿਲ ਸਕਦਾ ਹੈ, ਪਰ ਭੋਜਨ ਤੇ ਹੋਵੇ ਨਹੀਂ ਮਿਟੇਗਾ। ਇਹ ਦੁੱਖ ਨਹੀਂ ਮਿਟੇਗਾ ਭੋਜਨ ਤੋਂ ਬਿਨਾਂ। ਤਨ ਨੂੰ ਸੁਖ ਮਿਲਦੇ ਨੇ ਪਦਾਰਥ ਨਾਲ। ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਬਿਨਾਂ ਧਨ ਤੋਂ ਤੇ ਪ੍ਰਾਪਤ ਨਹੀਂ ਹੁੰਦੀ। ਤੋ ਮੈਂ ਅਰਜ਼ ਕਰਾਂ, ਸਰੀਰ ਦੇ ਸਾਰੇ ਸੁੱਖ ਬਾਹਰ ਪਏ ਨੇ, ਲੱਭਣੇ ਪੈਂਦੇ, ਖੋਜਣੇ ਪੈਂਦੇ ਨੇ। ਮਨ ਦਾ ਆਨੰਦ ਅੰਦਰ ਪਿਆ, ਖੋਜਣਾ ਨਹੀਂ ਪੈਂਦਾ। ਬੜੇ ਧਿਆਨ ਨਾਲ ਸੁਣਨਾ, ਖੋਜਣਾ ਨਹੀਂ ਪੈਂਦਾ। ਸਿਰਫ ਮਨ ਘਰ ਦੇ ਚ ਆ ਜਾਏ, ਆਨੰਦ ਤੇ ਪਿਆ, ਆਨੰਦ ਤੇ ਪਿਆ। ਪਰ ਕੀਤਾ ਕੀ ਜਾਏ, ਤਨ ਬਾਹਰ ਭਟਕ ਰਿਹਾ, ਮਜਬੂਰੀ ਹੈ ਉਹਦੀ, ਨੂੰ ਸਭ ਕੁਝ ਮਿਲਦਾ ਜੋ ਬਾਹਰ ਹੈ, ਮਨ ਵੀ ਉਸਦੇ ਨਾਲ ਭਟਕ ਰਿਹਾ। ਇਸ ਵਾਸਤੇ ਗੁਰਬਾਣੀ ਆਵਾਜ਼ ਮਾਰਦੀ ਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਹੁਣ ਦੂਜਾ ਨੁਕਤਾ ਮੈਂ ਫਿਰ ਦੁਹਰਾਵਾਂ, ਪਦਾਰਥ ਨੂੰ ਆਪਣੇ ਅਨੁਕੂਲ ਨਾ ਕਰੀਏ, ਸੁਖ ਨਹੀਂ ਮਿਲਦਾ। ਚਣੇ ਬੜੇ ਸਖਤ ਨੇ, ਚਬਾਣੇ ਬੜੇ ਔਖੇ ਨੇ, ਗਲਾਣੇ ਪੈਣ, ਪਕਾਣੇ ਪੈਣ। ਸਾਗ ਸਬਜ਼ੀ ਮੈਨੂੰ ਆਪਣੇ ਅਨੁਕੂਲ ਬਣਾਉਣੀ ਪਏਗੀ, ਪਕਾਣੀ ਪਏਗੀ, ਤਾਂ ਕਿ ਮੇਰੇ ਸਰੀਰ ਲਈ ਉਹ ਠੀਕ ਹੋ ਸਕੇ। ਸੁਖ ਕਿਸ ਤਰ੍ਹਾਂ ਮਿਲਦਾ ਹੈ? ਪਦਾਰਥਾਂ ਤੋਂ, ਸਿਰਫ ਪਦਾਰਥਾਂ ਤੋਂ ਨਹੀਂ, ਪਦਾਰਥ ਨੂੰ ਆਪਣੇ ਅਨੁਕੂਲ ਕਰਨ ਤਾਂ ਸੁਖ ਮਿਲਦਾ ਹੈ। ਉਂਝ ਨਹੀਂ ਮਿਲਦਾ, ਕਤਈ ਨਹੀਂ ਮਿਲਦਾ। ਉਹਨੂੰ ਆਪਣੇ ਅਨੁਕੂਲ ਕਰਨਾ ਪੈਂਦਾ। ਹਵਾ ਤੇ ਭਿਅੰਕਰ ਗਰਮ ਹੈ। ਇਰਾਕ ਦੇ ਵਿੱਚ, ਕੁਵੈਤ ਦੇ ਵਿੱਚ ਦਰਜਾ ਹਰਾਰਤ ਜੂਨ ਜੁਲਾਈ ਦੇ 52 ਤੇ ਜਾ ਪਹੁੰਚਦਾ ਹੈ। ਬਾਜ਼ਾਰ ਸਵੇਰੇ 6 ਤੋਂ 11 ਤੱਕ ਖੁੱਲ੍ਹਦੇ ਨੇ, ਬੰਦ ਹੋ ਜਾਂਦੇ ਨੇ, ਇੰਨੀ ਭਿਅੰਕਰ ਗਰਮੀ। ਕਿਸੇ ਨੂੰ ਬਾਹਰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ। ਇਤਨੀ ਕੜਕਦੀ ਧੁੱਪ ਤੇ ਲੂ, ਮਨੁੱਖ ਬੇਹੋਸ਼ ਹੋ ਜਾਂਦਾ। ਲੇਕਿਨ ਘਰਾਂ ਦੇ ਵਿੱਚ ਲੋਕੀ ਆਰਾਮ ਨਾਲ ਪੈ ਰਹਿੰਦੇ ਨੇ। ਹਰ ਘਰ ਦੇ ਵਿੱਚ ਏਅਰ ਕੰਡੀਸ਼ਨ, ਹਵਾ ਨੂੰ ਆਪਣੇ ਅਨੁਕੂਲ ਕਰਨਾ, ਹੋਵੇ ਪਈ ਗਰਮ, ਇਹਨੂੰ ਠੰਡਾ ਕਰਨਾ। ਪਾਣੀ ਨੂੰ ਆਪਣੇ ਅਨੁਕੂਲ ਕਰਨਾ। ਮੈਂ 8ਵੀਂ ਮੰਜ਼ਿਲ ਤੇ ਰਹਿਣਾ, ਪਾਣੀ ਤੇ ਨਿਵਾਣ ਦੀ ਤਰਫ ਵਗਣਾ, ਮੈਨੂੰ ਉੱਪਰ ਚੜ੍ਹਨਾ। ਹਵਾ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਅਗਨੀ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਸੋਨੇ ਚਾਂਦੀ ਨੂੰ ਆਪਣੇ ਅਨੁਕੂਲ ਕਰਨਾ। ਇਹ ਸੋਨਾ ਮੈਂ ਗਲ ਦੇ ਚ ਪਾਣਾ ਹੈ ਤਾਂ ਹਾਰ ਬਣਾਣਾ, ਮੈਂ ਇਸ ਤਰ੍ਹਾਂ ਮੈਂ ਉਂਗਲ ਦੇ ਚ ਪਾਣਾ ਹੈ ਤਾਂ ਅੰਗੂਠੀ ਬਣਾਣੀ ਹੈ। ਮੈਂ ਸੋਨੇ ਨੂੰ ਆਪਣੀ ਸ਼ਕਲ ਦੇਣੀ ਹੈ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਹੈ। ਮੈਂ ਲੋਹੇ ਨੂੰ ਮਸ਼ੀਨਰੀ ਦੇ ਚ ਬਦਲਣਾ ਹੈ ਕਿਉਂਕਿ ਉਸ ਤਰ੍ਹਾਂ ਹੀ ਮੈਨੂੰ ਕੰਮ ਦੇ ਸਕਦਾ ਹੈ। ਮੈਨੂੰ ਲੋਹੇ ਦਾ ਚਾਕੂ ਚਾਹੀਦਾ ਹੈ। ਧਾਤੂਆਂ ਨੂੰ ਆਪਣੇ ਅਨੁਕੂਲ ਕਰਨਾ, ਧਰਤੀ ਨੂੰ ਆਪਣੇ ਅਨੁਕੂਲ ਕਰਨਾ, ਪਾਣੀ ਨੂੰ ਆਪਣੇ ਅਨੁਕੂਲ ਕਰਨਾ, ਹਵਾ ਨੂੰ ਆਪਣੇ ਅਨੁਕੂਲ ਕਰਨਾ। ਇਸੇ ਦੇ ਨਾਲ ਹੀ ਮਨੁੱਖ ਨੂੰ ਸਰੀਰਕ ਸੁੱਖ ਮਿਲਦੇ ਨੇ, ਵਰਨਾ ਨਹੀਂ ਮਿਲਦੇ ਨਹੀਂ। ਬਾਹਰੋਂ ਪਦਾਰਥ ਵੱਧਦੇ ਜਾਣ, ਮਨੁੱਖ ਦਾ ਵੱਡਾ ਹੋਣਾ ਵੀ ਵੱਧਦਾ ਜਾਂਦਾ ਹੈ।
बड़े बड़े जो दीसे लोग मैं फिर दोहरावा, ये वड्डा है। किस तरह? मकान बहुत वड्डा है, कारोबार बहुत वड्डा है, इज्जत मान मर्यादा बहुत वड्डी है, शक्ति बहुत वड्डी है, परिवार बहुत वड्डा है, ताकत बहुत वड्डी है, धन संपदा बहुत वड्डी है, पसारा बहुत वड्डा है। मनुख दा वड्डा होना इस ते खड़ा है ही नहीं मकान। सवेरे दा है ते शाम नूं नहीं, धन ही नहीं है। कोई इज्जत मान मर्यादा ही नहीं है। दो नुकते और सुन लेना, बार बार माफ कर देना मैंने। हो सकता है कोई मनुख बाहरों बहुत वड्डा होवे, ऐसा हो सकता है अंदरों बहुत छोटा, बहुत छोटा। और ऐसा भी हो सकता है कोई बाहरों बहुत छोटा है, बहुत छोटा है, अंदरों बहुत बड़ा है, बहुत बड़ा है। बस्ता टूटी झोंपड़ी चीर सब छिन्ना, जात ना पात ना आदरो उद्यान भर में ना। कोई बिरादरी नहीं, कोई जात नहीं, कोई कुल नहीं, कोई मित्र नहीं, कोई परिवारक बल नहीं। पर महाराज कहने राजा सगली सृष्टि को हरि नाम मन भिन्ना। धन गुरु अर्जन देव जी महाराज दे अगों एक दो ਸਿੰਘਾਂ ने बेनती की सी गुरु प्रताप सूरज की कथा। महाराज जितने भगत तुसी गुरु ग्रंथ साहब दे इकट्ठे कीते ने, इन्हां दे बहुत सारे ते बहुत मुफलिस ने, कुछ भी नहीं इन्हां कुछ भी नहीं। किसी कोल पहनण दे चंगे कपड़े कोई नहीं, किसी कोल दो वक्त दी रोटी नहीं है। कबीर ते कबूल पे करते हैं, इसनों कबूल पे करते हैं। मुस मुस रोवे कबीर की माई, जारो जार रोंदी है कबीर दी मां। ये बारक कैसे जीवें रगराए, ऐ बच्चे मेरे पोतरे किमें जीवन गए। तन ना बुन ना सब तजियो है कबीर, कम बहुत थोड़ा करता है, हर वक्त राम दी धुनी च मस्त रहता है। तन ना बुन ना सब तजियो है कबीर, हर का नाम लिख लियो शरीर। जिस शरीर ने काम कार करना चाहिए है, इन्हें ते बस राम दा ना ही रटिया है, हरि दा ना ही लिखते हैं। कुदरती गल है, एक मुफलस ही सी, एक काम थोड़ा। दो वक्त दा ढंग दा प्रशादा नहीं सी। ਸਿੰਘਾਂ ने कहा महाराज इन्हां ते बहुत सारे ऐसे ने, कईयां कोल रहण वास्ते ढंग दी कुल्ली नहीं है, किसी कोल पहनण वास्ते ढंग दे कपड़े नहीं है, किसी कोल खाण वास्ते दो वक्त दी रोटी नहीं है। और एक गुरु ग्रंथ साहब दे च बैठे ने सजदा। धन गुरु अर्जन देव जी महाराज दे बोल सुनना बड़े ध्यान नाल। दो श्लोक ने जो है इन्हां नूं डखणे मल्ला पंजवां कहंदे ने। धन गुरु अर्जन देव जी महाराज दे बोल डखणे इस वास्ते कहंदे ने, लਹਿੰਦੇ पंजाब दी बोली, दक्षिण दी बोली, दक्कन इधर सरगोदा मियाँ वाली मुल्तान के इलाके जो पंजाबी बोली जाती सी, इनू लਹਿੰਦੀ ते दखनी पंजाबी कहते सन। मुख्तसर मैं अर्ज करा, साहिब कहते ने से नंगे नै नंग। दखने मल्ला पंजवां ध्यान नाल सुन। से नंगे मैं मनदा, तन दे उत्ते चंगे कपड़े नहीं सन, विचारे नंगे सन। से नंगे नह नंग, भुखे लख ना भुखे, भावें भुखे सन। ढंग दी रोटी नहीं सी, ढंग दा कपड़ा नहीं सी, ढंग दा मकान नहीं सी, शरीरक सुख दे साधन नहीं सन। से नंगे न नंग, भुखे लख ना भुखिया, दुखे कोड़ ना दुख, नानक पिरी भिखंदो सुभ दृष्ट। भावें थोड़ी दृष्टि च करोड़ां ही दुख होणगे उन्हां कोल, क्योंकि शरीर दे सुख ते है नहीं सन।
मैं फिर अर्ज करा, शरीर नूं सुख चाहिदा है, मन नूं आनंद चाहिदा है। पदार्थ तो सुख मिलता है, आनंद नहीं। परमात्मा तो आनंद मिलता है, सुख नहीं। ये भी मैं अर्ज कर दें। और हर सुख दुख दे च बदल जाता है। कोई ऐसा सुख नहीं जो दुख दे च ना बदले। इको एक आनंद है जिहदे विपरीत मुखालफ दूजी अवस्था नहीं है। पदार्थां तो मिलता है सुख, परमात्मा तो मिलता है आनंद। पदार्थ बाहर लभने पैंदे ने, परमात्मा नूं लभना नहीं पैंदा, अपने घर आना पैंदा है। घर दे विच ही है, सब कुछ घर में, बाहर ना आए। पर कीता की जाए, मन रहिंदा ही बाहर है, अंदर जांदा ही नहीं। तन दीयां सारियां लोड़ां दी पूर्ति बाहरों आउंदी है, तो तन दे नाल मन भी बाहर भटकदा है। तन दीयां लोड़ां नूं मन अपनी लोड़ बना लैंदा है। बड़े ध्यान नाल सुनना इस नुक्ते नूं, जद कि वो मन दी लोड़ है नहीं। तन दीयां लोड़ां नूं मन अपनी लोड़ बना लैंदा है। तो हुंदा की है, वो वस्तु ते मिल गई, तन नूं ते सुख मिल गया, मन नूं आनंद नहीं मिलिया। इस वास्ते जैसे जैसे सरीरक सुख वधदे ने, वैसे वैसे मानसिक दुख वधदे ने। जैसे जैसे सरीरक सुख वधदे ने, वैसे वैसे मानसिक कलेश वधदे। विरला ही कोई जनक होंदा है जो सरीरक तल ते सुखी होवे ते मानसिक तल ते आनंदित होवे। ये कदी कदाई कोई विरला ही होंदा है। महाराजा रणजीत सिंह जो सरीरक तल ते सुखी होवे ते मानसिक तल ते आनंदित होवे। नहीं ते बड़े बड़े जो दीसे लोग, तिनको व्यापे चिंता रो। बाहरों मनुख वड्डा होवेगा पदार्थां नाल, अंदरों मनुख वड्डा होवेगा परमात्मा नाल। गुस्ताखी माफ मैं फिर कहने लगा, बाहरों बहुत वड्डे वड्डे लोग, अंदरों बहुत छोटे, बहुत छोटे, कुछ भी नहीं, कुछ भी नहीं। ये भी मैं जे ऐसा हो सकता है कि बहुत वड्डे वड्डे लोग अंदरों छोटे ने, तो इस तो उल्ट भी हो सकता है कि बाहरों बहुत छोटे लोग कुछ, अंदरों बहुत वड्डे, बहुत वड्डे, बहुत वड्डे ने। गुरु अर्जन देव जी महाराज जो कह रहे ने, ध्यान नाल सुनना, से नंगे नै नंग। भावें नंगे ने, नंगे नहीं ने, ढके हुए ने। ये परमात्मा दी निगाह विच ढके हुए ने, तां दरगे पैंदा जाए सी, कपड़े पा के जा रहे हैं। पर जो वड्डा है, बहुत वड्डा है बाहरों, अंदरों छोटा है, ये नंगा दोजक चालिया ता दिसे खरा डरावना। ये सोने सोने कपड़ियां विच नंगा है, वो बिल्कुल नंगा, ढके हुए है, ढके हुए है। अमीर मिनाई उर्दू का एक माया नाज शायर है। मेरी मुफलसी से तंग आकर कहीं और जाने वाले, ये सुकून न मिल सकेगा तुझे रेशमी कफन में। अमीर मिनाई एक सूफी ख्यालां दा बंदा है। कहंदा बहुत सारे वड्डे वड्डे लोग मैनू इंज दिसदा है जिवें रेशम दा कफन पाया होया है। रेशमी कफन, बड़े सुंदर कफन, बड़े कीमती कफन, इन्ना सोना कफन, रंग रो अंदरों मुर्दा। ये सुकून न मिल सकेगा तुझे रेशमी कफन में। महाराज कहते से नंगे नै नंग। चलो इस संबंध एक सूफी का कलाम मैं थानू होर सुना दिया।
ਦਿੱਲੀ ਦੀਆਂ ਗਲੀਆਂ ਦੇ ਸਰਮਦ ਬਿਲਕੁਲ ਅਲਪ ਨੰਗਾ ਘੁੰਮਦਾ ਸੀ, ਮਹਾਵੀਰ ਦੀ ਤਰ੍ਹਾਂ, ਸਵਾਮੀ ਮਹਾਵੀਰ ਦੀ ਤਰ੍ਹਾਂ। ਪਤਾ ਹੈ, ਜੈਨ ਧਰਮ ਸਾਰੀ ਦੁਨੀਆ 'ਚ ਬਹੁਤਾਤ ਵਿੱਚ ਨਹੀਂ ਫੈਲ ਸਕਿਆ। ਉਹਦਾ ਕਾਰਨ ਇਹਨਾਂ ਦਾ ਜਿਹੜਾ ਸਿਖਰ ਦਾ ਸੰਤ ਹੋਵੇਗਾ ਉਹਨੂੰ ਸਾਰੇ ਕੱਪੜੇ ਛੋੜਨੇ ਪੈਣ, ਦਿਗੰਬਰ। ਜਦ ਕਦੀ ਦਾਸ ਸਰਵ ਧਰਮ ਸੰਮੇਲਨ ਜਾਂਦਾ, ਉੱਥੇ ਜੈਨੀ ਵੀ ਆਉਂਦੇ ਨੇ, ਇਹ ਅਲਪ ਨੰਗੇ ਹੁੰਦੇ ਨੇ, ਬਿਲਕੁਲ ਅਲਪ ਨੰਗੇ। ਇਹਨਾਂ ਦੇ ਜਿਸ ਵਕਤ ਗਿਆਨ ਸਾਗਰ ਇੱਕ ਸੰਤ ਨੇ, ਵਿਦਿਆ ਸਾਗਰ ਇਸ ਤਰ੍ਹਾਂ ਦੇ ਨਾਮ ਨੇ ਇਹਨਾਂ ਦੇ, ਅਲਪ ਨੰਗੇ। ਜਿੱਥੇ ਕਿਤੇ ਸਰਵ ਧਰਮ ਸੰਮੇਲਨ ਹੋਵੇ ਬੋਲਣ ਦੇ ਵਿੱਚ ਇਹ ਆਉਂਦੇ ਨੇ। ਇਹ ਧਰਮ ਬਹੁਤ ਦੂਰ ਤੱਕ ਨਹੀਂ ਫੈਲ ਸਕਦਾ, ਕਾਰਨ ਨਗਨਤਾ ਨੂੰ ਹਰ ਮੁਲਕ ਕਬੂਲ ਨਹੀਂ ਕਰਦਾ, ਹਰ ਕੌਮ ਕਬੂਲ ਨਹੀਂ ਕਰਦਾ। ਇਸ ਵਾਸਤੇ ਸੀਮਤ ਰਹੇਗਾ, ਦਾਇਰੇ 'ਚ ਰਹੇਗਾ। ਸਰਮਦ ਸੂਫੀ ਸੰਤ ਮੁਸਲਮਾਨ ਸੇ ਪਰ ਨਗਨ, ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਵੀ ਵੇਖ ਕੇ ਹੈਰਾਨ ਹੋਇਆ, ਹੈ ਮੁਸਲਮਾਨ ਤੇ ਜੈਨੀਆਂ ਦੀ ਤਰ੍ਹਾਂ ਨੰਗਾ ਰਹਿੰਦਾ, ਨਾਂਗੇ ਸਾਧੂਆਂ ਦੀ ਤਰ੍ਹਾਂ ਨੰਗਾ। ਬੜਾ ਕੀਮਤੀ ਦੁਸ਼ਾਲਾ ਪਹਿਨਿਆ ਹੋਇਆ ਸੀ। ਔਰੰਗਜ਼ੇਬ ਨੇ ਸਿਪਾਹੀ ਨੂੰ ਦਿੱਤਾ ਕਿ ਇਹਦਾ ਤਨ ਢੱਕ ਦੇਵੇ। ਉਹਦੇ ਤਨ ਤੇ ਦੁਸ਼ਾਲਾ ਪਾ ਦਿੱਤਾ ਗਿਆ। ਸਰਦੀਆਂ ਦੇ ਦਿਨ ਸਨ, ਪੋ ਮਾਹ ਦੇ। ਜਿੰਨੇ ਦਰਬਾਰ ਵਿੱਚ ਅਹਿਲਕਾਰ ਬੈਠੇ ਸਨ, ਸਾਰਿਆਂ ਦੇ ਅੰਗੋਂ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀ ਬਖਦੀ ਹੋਈ ਅੰਗੀਠੀ ਪਈ ਸੀ, ਸਾਰਿਆਂ ਦੇ ਅੰਗੋਂ ਗਰਮਾਸ਼ ਵਾਸਤੇ। ਸਰਮਦ ਕਹਿੰਦਾ, ਬਾਦਸ਼ਾਹ ਸਲਾਮਤ, ਤੁਸੀਂ ਮੈਨੂੰ ਇਹ ਸ਼ਾਲਾ ਦੁਸ਼ਾਲਾ ਦਿੱਤਾ ਹੈ, ਧੰਨਵਾਦ ਤੁਹਾਡਾ। ਪਰ ਸਾਰੇ ਅਹਿਲਕਾਰਾਂ ਦੇ ਅੱਗੋਂ ਇਹ ਅੰਗੀਠੀ ਪਈ ਹੈ, ਇੱਕ ਇਹ ਵੀ ਦੇ ਦਿਓ। ਇਸ਼ਾਰਾ ਕਰ ਦਿੱਤਾ, ਅੰਗੀਠੀ ਅੱਗੋਂ ਰੱਖ ਦਿੱਤੀ। ਉਹ ਦੁਸ਼ਾਲਾ ਉਤਾਰ ਕੇ ਅੰਗੀਠੀ 'ਚ ਪਾ ਦਿੱਤਾ। ਜਲ ਕੇ ਖਾਕ। ਔਰੰਗਜ਼ੇਬ ਨੇ ਗਰਜਦੀ ਹੋਈ ਆਵਾਜ਼ ਵਿੱਚ ਆਖਿਆ, ਤੂੰ ਸਿਰਫ ਨਗਨ ਹੀ ਨਹੀਂ, ਗੁਸਤਾਖ ਵੀ ਹੈ। ਅਸੀਂ ਤੇਰਾ ਤਨ ਢਕਿਆ, ਤੂੰ ਫਿਰ ਨਗਨ ਹੋ ਗਿਆ। ਪਤਾ ਹੈ ਉੱਥੇ ਫਕੀਰ ਕੀ ਕਹਿੰਦਾ, ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ। ਬਾਦਸ਼ਾਹ ਸਲਾਮਤ, ਔਗਣਾਂ ਨੂੰ ਢਕਣਾ ਪੈਂਦਾ ਹੈ, ਗੁਨਾਹਾਂ ਨੂੰ ਢਕਣਾ ਪੈਂਦਾ ਹੈ, ਗੰਦਗੀ ਨੂੰ ਢਕਣਾ ਪੈਂਦਾ ਹੈ, ਫੁੱਲਾਂ ਨੂੰ ਢਕਣ ਦੀ ਲੋੜ ਨਹੀਂ। ਫੁੱਲਾਂ ਦੇ ਉੱਤੇ ਦੁਸ਼ਾਲਾ ਪਾਉਣ ਦੀ ਲੋੜ ਨਹੀਂ। ਗੰਦਗੀ ਨੂੰ ਢਕਣਾ ਪੈਂਦਾ ਹੈ, ਹੰਕਾਰ ਨੂੰ ਢਕਣਾ ਪੈਂਦਾ ਹੈ, ਕ੍ਰੋਧ ਨੂੰ ਢਕਣਾ ਪੈਂਦਾ ਹੈ, ਲੋਭ ਨੂੰ ਢਕਣਾ ਪੈਂਦਾ ਹੈ, ਵਾਸ਼ਨਾ ਨੂੰ ਢਕਣਾ ਪੈਂਦਾ ਹੈ, ਈਰਖਾ ਨੂੰ ਢਕਣਾ ਪੈਂਦਾ ਹੈ, ਨਿੰਦਾ ਨੂੰ ਢਕਣਾ ਪੈਂਦਾ ਹੈ। ਤੂੰ ਦੇਖ ਮੇਰੇ ਅੰਦਰ ਤੈਨੂੰ ਕਿਹੜਾ ਗੁਨਾਹ ਦਿਖਾਈ ਦਿੰਦਾ ਹੈ, ਕਿਹੜਾ ਔਗਣ ਦਿਖਾਈ ਦਿੰਦਾ। ਮੈਂ ਨਹੀਂ ਪਹਿਨਦਾ ਕੱਪੜੇ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਨ, ਬੇਐਬਾਂ ਰਾ ਲਿਬਾਸ ਉਰਿਆ ਨਹੀਂ ਲਾ। ਬਾਦਸ਼ਾਹ ਸਲਾਮਤ, ਸੱਚ ਪੁੱਛੇ ਤੂੰ ਕੱਪੜਿਆਂ ਦੇ 'ਚ ਵੀ ਨੰਗਾ ਹੈ। ਤੇਰੇ ਭਰਾਵਾਂ ਦਾ ਕਤਲ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਿਹਾ। ਤੇਰੇ ਪਿਤਾ ਦੇ ਖੂਨ ਦੇ ਧੱਬੇ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਹੇ ਨੇ। ਭੈਣ ਦੇ ਉੱਤੇ, ਵੱਡੀ ਭੈਣ ਦੇ ਉੱਤੇ ਕੀਤਾ ਹੋਇਆ ਜ਼ੁਲਮ ਇਹਨਾਂ ਕੱਪੜਿਆਂ ਦੇ 'ਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ। ਬੜੇ ਬੜੇ ਫਕੀਰਾਂ ਨੂੰ ਜੋ ਕਤਲ ਕੀਤਾ ਹੈ, ਇਹ ਕਤਲ ਤੇਰੇ ਕੱਪੜਿਆਂ ਦੇ 'ਚੋਂ ਵੀ ਦਿਖਾਈ ਦੇ ਰਿਹਾ ਹੈ। ਯਕੀਨ ਜਾਣ ਤੂੰ ਕੱਪੜਿਆਂ ਦੇ 'ਚ ਵੀ ਨੰਗਾ ਹੈ, ਔਰ ਮੈਂ ਨੰਗਾ ਵੀ ਢਕਿਆ ਹੋਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਸੁਣੋ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ, ਨਾਨਕ ਪੀਰੀ ਭਿਖੁੰਦੋ ਸੁਭ ਦ੍ਰਿਸ਼ਟ। ਪਰਮਾਤਮਾ ਦੀ ਬੜੀ ਪਿਆਰ ਭਰੀ ਦ੍ਰਿਸ਼ਟੀ ਹੈ ਇਹਨਾਂ ਤੇ। ਇਹ ਭਾਵੇਂ ਤਨ ਕਰਕੇ ਨੰਗੇ ਨੇ, ਮਨ ਕਰਕੇ ਕਜੇ ਹੋਏ ਨੇ। ਭਾਵੇਂ ਤਨ ਕਰਕੇ ਦੁਖੀ ਨੇ, ਮਨ ਕਰਕੇ ਆਨੰਦਿਤ ਨੇ। ਭਾਵੇਂ ਤਨ ਕਰਕੇ ਇਹਨਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋਈ, ਮਨ ਕਰਕੇ ਬਿਲਕੁਲ ਸੰਤੋਖੀ ਨੇ, ਆਨੰਦਿਤ ਨੇ। ਹੁਣ ਇਸ ਦੇ ਮੁਕਾਬਲੇ ਤੇ ਦੂਜਾ ਸ਼ਲੋਕ ਸੁਣੋ, ਕਿਉਂਕਿ ਦੋਵੇਂ ਸ਼ਲੋਕ
ਸਤਿਗੁਰਾਂ ਨੇ ਇਕੱਠੇ ਉਚਾਰਨ ਕੀਤੇ ਨੇ। ਇਹ ਪਹਿਲਾ ਤੇ ਦੂਜਾ ਸ਼ਲੋਕ। ਸੁਖ ਸਮੂਹਾਂ ਭੋਗ, ਅੱਖਾਂ ਨੂੰ ਜੋ ਰੂਪ ਚਾਹੀਦਾ ਹੈ ਮੌਜੂਦ ਹੈ, ਕੰਨਾਂ ਨੂੰ ਜੋ ਨਾਦ ਚਾਹੀਦਾ ਹੈ ਮੌਜੂਦ ਹੈ, ਜ਼ਬਾਨ ਨੂੰ ਜੋ ਰਸ ਚਾਹੀਦੇ ਨੇ ਮੌਜੂਦ ਨੇ, ਖਲੜੀ ਨੂੰ ਜੋ ਸਪਰਸ਼ਾ ਚਾਹੀਦੀ ਹੈ ਮੌਜੂਦ ਹੈ, ਨਾਸਕਾਂ ਨੂੰ ਜੋ ਸੁਗੰਧੀਆਂ ਚਾਹੀਦੀਆਂ ਨੇ ਮੌਜੂਦ ਨੇ, ਸਰੀਰ ਨੂੰ ਜੋ ਸੁਖ ਚਾਹੀਦੇ ਮੌਜੂਦ ਨੇ, ਸਾਰੇ ਦੇ ਸਾਰੇ ਮੌਜੂਦ ਨੇ। ਸੁਖ ਸਮੂਹਾਂ ਭੋਗ, ਭੂਮ ਸਦਾਈ ਕੋ ਧਣੀ, ਸਾਰੀ ਧਰਤੀ ਦਾ ਧਣੀ ਹੋਵੇ, ਸਾਰੀ ਧਰਤੀ ਦਾ ਮਾਲਿਕ ਹੋਵੇ। ਗੁਰੂ ਅਰਜਨ ਦੇਵ ਜੀ। ਸੁਖ ਸਮੂਹਾਂ ਭੋਗ, ਭੂਮ ਸਵਾਈ ਕੋ ਧਣੀ, ਨਾਨਕ ਹੱਬੋ ਰੋਗ, ਮਿਰਤਕ ਨਾਮ ਵਿਹੋਣਿਆ। ਇਹ ਮਨੁੱਖ ਤੁਹਾਨੂੰ ਬਾਹਰੋਂ ਜ਼ਿੰਦਾ ਦਿਖਾਈ ਦੇਗਾ, ਅੰਦਰੋਂ ਮੁਰਦਾ। ਇਹ ਮਨੁੱਖ ਤੁਹਾਨੂੰ ਬਾਹਰੋਂ ਵੱਡਾ ਦਿਖਾਈ ਦੇਗਾ, ਅੰਦਰੋਂ ਛੋਟਾ ਹੈ। ਇਹ ਮਨੁੱਖ ਤੁਹਾਨੂੰ ਬਾਹਰੋਂ ਸੁਖੀ ਦਿਖਾਈ ਦੇਗਾ, ਅੰਦਰੋਂ ਦੁਖੀ ਹੈ। ਔਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੰਗੇ, ਇਹ ਬਾਹਰੋਂ ਨੰਗੇ ਦਿਖਾਈ ਦਿੰਦੇ ਨੇ, ਅੰਦਰੋਂ ਕੱਜੇ ਹੋਏ ਨੇ। ਇਹ ਬਾਹਰੋਂ ਭੁੱਖੇ ਦਿਖਾਈ ਦਿੰਦੇ ਨੇ, ਅੰਦਰੋਂ ਰਜੇ ਹੋਏ ਨੇ। ਇਹ ਬਾਹਰੋਂ ਛੋਟੇ ਦਿਖਾਈ ਦਿੰਦੇ ਨੇ, ਅੰਦਰੋਂ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ। ਕੋਈ ਮਨੁੱਖ ਬਾਹਰੋਂ ਬਹੁਤ ਵੱਡਾ ਹੋ ਗਿਆ, ਬਹੁਤ ਵੱਡਾ ਹੋ ਗਿਆ, ਅੰਦਰੋਂ ਬਹੁਤ ਛੋਟਾ ਹੈ। ਇਸ ਦੇ ਨਾਲ ਸੰਸਾਰ ਭਰਿਆ ਪਿਆ ਹੈ, ਭਰਿਆ ਪਿਆ। ਪਰ ਕੋਈ ਮਨੁੱਖ ਭਾਵੇਂ ਬਾਹਰੋਂ ਤੇ ਛੋਟਾ ਹੈ, ਅੰਦਰੋਂ ਮਹਾਨ ਹੋ ਗਿਆ, ਬਹੁਤ ਵੱਡਾ ਹੋ ਗਿਆ। ਇਹ ਕਿਸੇ ਕਿਸੇ ਸ਼ਹਿਰ 'ਚ ਇੱਕ ਕਦਮ, ਹਰ ਜਗ੍ਹਾ ਨਹੀਂ, ਹਰ ਜਗ੍ਹਾ ਅੰਦਰੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁਖ ਚਾਹੀਦਾ ਹੈ, ਮਨ ਨੂੰ ਆਨੰਦ ਚਾਹੀਦਾ ਹੈ। ਸੁਖ ਕੋਲ ਹੈ, ਲੋਕ ਸਵਰ ਗਿਆ, ਆਨੰਦ ਕੋਲ ਹੈ, ਪਰਲੋਕ ਸਵਰ ਗਿਆ। ਸੁਖ ਪਦਾਰਥਾਂ ਤੋਂ ਮਿਲਦਾ ਹੈ, ਆਨੰਦ ਪਰਮਾਤਮਾ ਤੋਂ ਮਿਲਦਾ ਹੈ। ਪਦਾਰਥ ਲੱਭਣੇ ਪੈਂਦੇ ਨੇ, ਜਿੱਥੇ ਮਨੁੱਖ ਬੈਠਾ ਉੱਥੇ ਨਹੀਂ ਨੇ, ਪਦਾਰਥਾਂ ਦੇ ਕੋਲ ਜਾਣਾ ਪੈਂਦਾ। ਪਦਾਰਥ ਲੱਭਣੇ ਪੈਂਦੇ ਨੇ, ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ। ਪਰਮਾਤਮਾ ਤੇ ਕੋਲ ਹੈ, ਆਪਣੇ ਘਰ ਦੇ 'ਚ ਹੈ। ਸਿਰਫ ਮਨ ਨੂੰ ਆਪਣੇ ਘਰ ਦੇ 'ਚ ਲਿਆਣਾ ਹੈ। ਮਨ ਘਰ ਦੇ 'ਚ ਨਹੀਂ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆ ਮਿਲੇ। ਇੱਕ ਮਿਲਿਆ ਨਹੀਂ ਹੈ, ਲੱਭਣਾ ਪੈਂਦਾ ਹੈ। ਇੱਕ ਮਿਲਿਆ ਹੋਇਆ ਹੈ, ਗੁਆਚੇ ਹੋਏ ਅਸੀਂ ਆ, ਅਸੀਂ ਗੁਆਚੇ ਹੋਏ ਹਾਂ। ਬਲਕਿ ਸੂਫੀ ਤੇ ਕਹਿੰਦੇ ਪਏ ਨੇ, ਅੱਜ ਪਰਮਾਤਮਾ ਦੀ ਬੜੀ ਯਾਦ ਆ ਰਹੀ ਹੈ। ਲੱਗਦਾ ਅੱਜ ਪਰਮਾਤਮਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ, ਬਹੁਤ ਯਾਦ ਕਰ ਰਿਹਾ ਹੈ। ਅੱਜ ਪਰਮਾਤਮਾ ਦੀ ਤਲਾਸ਼ ਕਰਨ ਦਾ ਜੀ ਕਰ ਰਿਹਾ ਹੈ। ਲੱਗਦਾ ਅੱਜ ਖੁਦਾ ਸਾਡੀ ਤਲਾਸ਼ ਦੇ 'ਚ ਹੈ। ਮੈਂ ਸਮਾਪਤੀ ਕਰਾਂ, ਖੁਦਾ ਸਾਡੀ ਤਲਾਸ਼ ਦੇ 'ਚ ਹੈ। ਭਰੇ ਮੇਲੇ ਦੇ 'ਚ ਮਾਸੂਮ ਬੱਚਾ ਖੋ ਗਿਆ, ਮਾਂ ਦੇ ਹੱਥੋਂ ਛੁੱਟ ਗਿਆ। ਜ਼ਾਰੋ ਜ਼ਾਰ ਰੋ ਰਿਹਾ ਹੈ, ਮਾਂ ਮਾਂ ਪੁਕਾਰ ਰਿਹਾ ਹੈ। ਪਰ ਮਾਂ ਵੀ ਜ਼ਾਰੋ ਜ਼ਾਰ ਰੋ ਰਹੀ ਹੈ, ਬੱਚੇ ਨੂੰ ਲੱਭ ਰਹੀ ਹੈ। ਦੋਵੇਂ ਇੱਕ ਦੂਜੇ ਨੂੰ ਲੱਭ ਰਹੇ ਨੇ। ਇਹ ਬੱਚਾ ਲੱਭੇ ਤੇ ਮਾਂ ਨਾ ਲੱਭੇ, ਇਸ ਬੱਚੇ ਨੂੰ ਮਾਂ ਕਤਈ ਨਹੀਂ ਮਿਲ ਸਕਦੀ, ਨਹੀਂ ਮਿਲ ਸਕਦੀ। ਹੋਰ ਵੀ ਸੁਣ ਲਓ। ਔਰ ਇਹ ਮਾਂ ਤਲਾਸ਼ ਕਰੇ, ਬੱਚਾ ਤਲਾਸ਼ ਹੀ ਨਾ ਕਰੇ, ਇਹ ਵੀ ਮਾਂ ਦੇ ਹੱਥ ਨਹੀਂ ਲੱਗਣ, ਪਤਾ ਨਹੀਂ ਕਿੱਥੇ ਚਲਾ ਜਾਏਗਾ। ਲੱਭ ਰਿਹਾ ਬੱਚਾ ਮਾਂ ਨੂੰ, ਰੋ ਰਿਹਾ ਬੱਚਾ ਮਾਂ ਨੂੰ, ਪਰ ਰੋ ਰਹੀ ਹੈ ਮਾਂ ਬੱਚੇ ਨੂੰ, ਉਹ ਵੀ ਲੱਭ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਸਿਰਫ ਇੱਕੋ ਹੀ ਕਦਮ ਰੱਬ ਦੇ ਮਾਰਗ ਤੇ ਚੱਲ, ਗੁਰੂ ਦੇ ਮਾਰਗ ਤੇ ਚੱਲ, ਕਰੋੜਾਂ ਕਦਮ ਗੁਰੂ ਆਪ ਚਲੇ। ਤੂੰ ਸਿਰਫ ਇੱਕ ਚੱਲ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਨੇ। ਅਗਰ ਉਹ ਕਰੋੜਾਂ ਕਦਮ ਅੱਗੇ ਨਾ ਚਲੇ, ਯਕੀਨ ਜਾਣੋ ਮਿਲਾਪ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਇੱਕ ਕਦਮ ਕੀ ਚੱਲਣਾ ਹੈ, ਕਿਧਰੇ ਮਨ ਨੂੰ ਰਾਜ਼ੀ ਕਰ ਲਈਏ, ਇੱਕੋ ਹੀ ਸਿੱਖਿਆ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਿਧਰੇ ਅੰਮ੍ਰਿਤ ਵੇਲੇ ਉੱਠ ਕੇ ਮਨੁੱਖ ਬੈਠ ਕੇ
ਵਾਹਿਗੁਰੂ ਮੰਤਰ ਦਾ ਜਪ ਕਰ ਦੇਵੇ, ਇੱਕੋ ਹੀ ਦਫਾ ਜਪ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਤੇ ਇੱਕੋ ਦਫਾ ਯਾਦ ਕੀਤਾ ਹੈ, ਕਰੋੜਾਂ ਦਫਾ ਤੈਨੂੰ ਪ੍ਰਮਾਤਮਾ ਯਾਦ ਕਰੇਗਾ। ਸੂਫੀ ਠੀਕ ਕਹਿੰਦੇ ਨੇ, ਲੱਗਦਾ ਹੈ ਅੱਜ ਖੁਦਾ ਸਾਨੂੰ ਬਹੁਤ ਯਾਦ ਕਰ ਰਿਹਾ ਹੈ। ਕਿਉਂ? ਅੱਜ ਖੁਦਾ ਦੀ ਯਾਦ ਆ ਰਹੀ, ਅੱਜ ਖੁਦਾ ਦੀ ਯਾਦ। ਯਾਦਾਂ ਦੋਵੇਂ ਤਰਫੋਂ ਇਕੱਠੀਆਂ ਚੱਲਦੀਆਂ ਨੇ। ਯਾਦ ਨੇ ਹੀ ਸਭ ਕੁਝ ਬਣਾਏ ਨੇ, ਉਹਦੀ ਯਾਦ ਨੇ ਮਸਜਿਦਾਂ ਬਣਾਈਆਂ ਨੇ, ਉਹਦੀ ਯਾਦ ਨੇ ਮੰਦਿਰ ਬਣਾਏ ਨੇ, ਉਹਦੀ ਯਾਦ ਨੇ ਗੁਰਦੁਆਰੇ ਬਣਾਏ ਨੇ, ਉਹਦੀ ਯਾਦ ਨੇ ਚਰਚ ਬਣਾਏ ਨੇ, ਇਤਨੇ ਧਰਮ ਗ੍ਰੰਥ ਬਣਾਏ ਨੇ, ਇਤਨੇ ਅਵਤਾਰ ਭੇਜੇ ਨੇ। ਉਹ ਯਾਦ ਕਰ ਰਿਹਾ ਹੈ, ਉਹਦੀ ਯਾਦ ਸਾਨੂੰ ਮਜਬੂਰ ਕਰ ਦਿੰਦੀ ਹੈ ਉਹਨੂੰ ਯਾਦ ਕਰਨ ਨੂੰ। ਪਹਿਲ ਉਹ ਕਰਦਾ ਹੈ, ਅਗਰ ਉਹ ਪਹਿਲ ਨਾ ਕਰੇ, ਯਕੀਨ ਜਾਣੋ ਕਈ ਜਨਮ ਸਾਡਾ ਮਿਲਣਾ ਨਹੀਂ ਹੋ ਸਕਦਾ। ਇਸੇ ਵਿਸ਼ੇ ਨੂੰ ਮੈਂ ਹੋਰ ਅੱਗੇ ਖੋਲਣ ਦੀ ਨਿਭਾਉਣੀ ਕੋਸ਼ਿਸ਼ ਕਰਾਂਗਾ। ਮੈਂ ਫਿਰ ਅਰਜ਼ ਕਰਾਂ, ਤਨ ਨੂੰ ਸੁੱਖ ਨਹੀਂ ਮਿਲੇ ਤਾਂ ਲੋਕ ਅਜਾਈ ਚਲਾ ਜਾਂਦਾ ਹੈ। ਮਨ ਨੂੰ ਆਨੰਦ ਨਹੀਂ ਮਿਲਿਆ ਪਰ ਲੋਕ ਅਜਾਈ ਚਲਾ ਜਾਂਦਾ। ਤਨ ਨੂੰ ਸੁੱਖ ਨਹੀਂ ਮਿਲਿਆ, ਮਨੁੱਖ ਪੀੜਤ ਰਹਿੰਦਾ ਹੈ। ਮਨ ਨੂੰ ਆਨੰਦ ਨਹੀਂ ਮਿਲਿਆ, ਮਨ ਕਲੇਸ਼ ਦੇ ਚ ਰਹਿੰਦਾ ਹੈ, ਚਿੰਤਾ ਦੇ ਚ ਰਹਿੰਦਾ ਹੈ। ਤਨ ਨੂੰ ਪਦਾਰਥ ਨਹੀਂ ਮਿਲੇ ਤਾਂ ਮਨੁੱਖ ਮਹਾਨ ਨਹੀਂ ਹੁੰਦਾ, ਵੱਡਾ ਨਹੀਂ ਹੁੰਦਾ। ਮਨ ਨੂੰ ਪਰਮਾਤਮਾ ਨਹੀਂ ਮਿਲਿਆ ਤਾਂ ਮਨ ਵੱਡਾ ਨਹੀਂ ਹੁੰਦਾ, ਮਹਾਨ ਨਹੀਂ ਹੁੰਦਾ। ਗਜ਼ਬ ਦੀ ਗੱਲ ਹੈ, ਪਦਾਰਥ ਕਿਤਨੇ ਵੀ ਵੱਡੇ ਮਿਲ ਜਾਣ ਫਿਰ ਵੀ ਅਛੂਤਾਪਨ ਰਹਿੰਦਾ ਹੈ। ਇੱਕ ਦਫਾ ਪਰਮਾਤਮਾ ਮਿਲ ਜਾਏ ਤਾਂ ਮਨ ਹੀ ਪਰਮਾਤਮਾ ਹੋ ਜਾਂਦਾ ਹੈ। ਪਦਾਰਥ ਤੋਂ ਸੁੱਖ ਮਿਲ ਸਕਦਾ ਹੈ, ਪਦਾਰਥ ਨੂੰ ਆਪਣੇ ਅਨੁਕੂਲ ਕਰੀਏ। ਪਰਮਾਤਮਾ ਤੋਂ ਆਨੰਦ ਮਿਲ ਸਕਦਾ ਹੈ, ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰੋਗੇ, ਸੁੱਖ ਨਹੀਂ ਮਿਲ ਸਕਦਾ। ਪਰਮਾਤਮਾ ਦੇ ਅਨੁਕੂਲ ਆਪਣੇ ਮਨ ਨੂੰ ਨਹੀਂ ਕਰੋਗੇ, ਪਰਮਾਤਮਾ ਨਹੀਂ ਮਿਲ ਸਕਦਾ। ਇਹ ਕਿਵੇਂ ਅਨੁਕੂਲ ਕਰੀਏ, ਬਾਕੀ ਵਿਚਾਰਾਂ ਕੱਲ ਇੱਥੇ ਹੀ ਸਮਾਪਤੀ।